biggest South Asian media group, Y Media. Hello everyone, my name is Yudhir Jaswal. I'm the group editor at Y Media. Y Media Group ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਬਤੌਰ ਗਰੁੱਪ ਐਡੀਟਰ Y Media। ਮੈਂ ਯੁਧੀਰ ਜਸਵਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ। ਸ਼ੁਰੂਆਤ ਕਰਾਂਗੇ ਅਸੀਂ Y Media ਫੋਰਨ ਪਾਲਿਸੀ ਤੋਂ। Y Media ਫੋਰਨ ਪਾਲਿਸੀ ਦੇ ਉੱਤੇ ਜੋ ਅਸੀਂ ਰਿਪੋਰਟ ਤੁਹਾਡੇ ਲਈ ਪੇਸ਼ ਕਰ ਰਹੇ ਹਾਂ ਉਹਦੇ ਵਿੱਚ ਅਸੀਂ ਇਹ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਜਿਹੜੀ ਖਬਰ ਆਈ ਸੀਗੀ ਬੜੀ ਚਰਚਾ ਦਾ ਵਿਸ਼ੇ ਰਹੀ ਕਿ ਜੀ ਇੰਡੀਆ ਔਰ ਅਮਰੀਕਾ ਦੇ ਵਿੱਚ ਜਿਹੜੀ ਡਿਫੈਂਸ ਡੀਲਸ ਦੀ ਗੱਲ ਹੁੰਦੀ ਹੈ ਆਪਸ ਗੱਲ ਹੁੰਦੀ ਹੈ ਤੇ ਇੰਡੀਆ ਜਿਹੜਾ ਪ੍ਰੈਡੀਟਰ ਡਰੋਨਸ ਜਿਹੜੇ ਆ 31 ਡਰੋਨਸ ਦੀ ਜਿਹੜੀ ਗੱਲ ਹੋ ਰਹੀ ਸੀਗੀ ਕਿ ਇੰਡੀਆ ਅਮਰੀਕਾ ਤੋਂ ਲਏਗਾ। ਹੁਣ ਇਹਦੇ ਵਿੱਚ ਖਬਰ ਆ ਗਈ ਅਚਾਨਕ ਕਿ ਜੀ ਗੁਰਪਤਵੰਤ ਸਿੰਘ ਪੰਨੂ ਉਹਨਾਂ ਦੇ ਕਤਲ ਦੀ ਸਾਜ਼ਿਸ਼ ਇੰਡੀਆ ਦੁਆਰਾ ਰਚੀ ਗਈ ਐਸੇ ਐਲੀਗੇਸ਼ਨਸ ਨਿਊਯਾਰਕ ਦੀ ਇੱਕ ਅਦਾਲਤ ਦੇ ਵਿੱਚ ਲਗਾਏ ਜਾ ਰਹੇ ਨੇ। ਹੁਣ ਇਸ ਦਰਮਿਆਨ ਕਿਹਾ ਗਿਆ ਕਿ ਜੀ ਖਬਰ ਇਹ ਆ ਗਈ ਕਿ ਅਮਰੀਕਾ ਨੇ ਕਿਹਾ ਹੈ US ਕਾਂਗਰਸ ਨੇ ਕਿਹਾ ਹੈ ਕਿਉਂਕਿ US ਕਾਂਗਰਸ ਦੀ ਸੈਂਕਸ਼ਨ ਜ਼ਰੂਰੀ ਹੈ, ਪ੍ਰੈਜ਼ੀਡੈਂਟ ਦੀ ਸੈਂਕਸ਼ਨ ਵੀ ਜ਼ਰੂਰੀ ਹੈ। ਅਮਰੀਕਾ ਜਿਹੜੇ ਹਥਿਆਰ ਵੇਚਦਾ ਇੱਕ ਤੇ ਅਮਰੀਕਾ ਦੀ ਜਿਹੜੀ ਗਵਰਨਮੈਂਟ ਮੈਨੂਫੈਕਚਰ ਕਰਦੀ ਹੈ ਉਹ ਵੇਚਦੇ ਹਥਿਆਰ ਔਰ ਅਮਰੀਕਾ ਦੇ ਵਿੱਚ ਬੜੀਆਂ ਸਾਰੀਆਂ ਪ੍ਰਾਈਵੇਟ ਕੰਪਨੀਆਂ ਵੀ ਹੈਗੀਆਂ ਉਹ ਵੀ ਹਥਿਆਰ ਬਣਾ ਕੇ ਵੇਚਦੀਆਂ ਨੇ। ਪਰ ਸੈਂਕਸ਼ਨ ਜਿਹੜੀ ਹੈ US ਕਾਂਗਰਸ ਦੀ US ਗਵਰਨਮੈਂਟ ਦੀ ਜ਼ਰੂਰੀ ਹੈ। ਉਹਨਾਂ ਦੀ ਸਰਕਾਰ ਦੀ US ਦੀ ਸਰਕਾਰ ਦੀ ਸੈਂਕਸ਼ਨ ਤੋਂ ਬਿਨਾਂ ਨਾ ਪ੍ਰਾਈਵੇਟ ਕੰਪਨੀ ਸਰਕਾਰੀ ਕੰਪਨੀ ਤਾਂ ਖੈਰ ਕਿਆ ਹੀ ਵੇਚਣੇ, ਸੋ ਉਹ ਵੇਚ ਨਹੀਂ ਸਕਦੇ। ਹੁਣ ਇਹ ਜਿਹੜਾ US ਔਰ ਇੰਡੀਆ ਦੇ ਵਿੱਚ ਬੜੀਆਂ ਸਾਰੀਆਂ ਹੋਰ ਵੀ ਡੀਲਸ ਹੋ ਰਹੀਆਂ ਡਿਫੈਂਸ ਦੇ ਵਿੱਚ ਕੋਆਪਰੇਸ਼ਨ ਦੀ ਗੱਲ ਅਸੀਂ ਹਮੇਸ਼ਾ ਹੀ ਸੁਣਦੇ ਹਾਂ। ਇਹ ਜਿਹੜੀ ਡਰੋਨ ਦੀ ਜਿਹੜੀ ਡੀਲ ਸੀਗੀ ਇਹ 31 ਟੋਟਲ ਡਰੋਨਸ ਦੀ ਗੱਲ ਹੋ ਰਹੀ ਸੀਗੀ। 15 ਡਰੋਨ ਇੰਡੀਆ ਨੇ ਆਪਣੀ ਨੇਵੀ ਲਈ ਲੈਣੇ ਆ, 8 ਆਰਮੀ ਲਈ ਤੇ 8 에ਅਰ ਫੋਰਸ ਲਈ। ਇਹ ਜਿਹੜੇ ਡਰੋਨ ਆ PQ-98 ਇਹਨਾਂ ਦੀ ਖਾਸੀਅਤ ਕੀ ਹੈ ਕਿ 40,000 ਫੁੱਟ ਦੀ ਉਚਾਈ ਤੱਕ ਉੱਡ ਜਾਂਦੇ ਆ, 35 ਘੰਟੇ ਤੱਕ 35 ਆਵਰਸ ਤੱਕ ਉੱਡ ਸਕਦੇ ਨੇ ਔਰ ਜਿਹੜਾ ਪੇਲੋਡ ਕੈਰੀ ਕਰ ਰਿਹਾ ਹੋਰ ਬੜੀਆਂ ਇਹਨਾਂ ਦੀ ਕੈਪੇਬਿਲਿਟੀਜ਼ ਹੈਗੀਆਂ ਨੇ। ਸੋ ਇੰਡੀਆ ਆਲਰੇਡੀ ਇੰਡੀਆ ਦੀ ਜਿਹੜੀ ਨੇਵੀ ਹੈ ਉਹ ਲੀਜ਼ ਦੇ ਉੱਤੇ ਉਹਨਾਂ ਨੇ ਲਈ ਹੋਈ ਹੈ। ਜਿਹੜੀ ਕੰਪਨੀ ਬਣਾ ਰਹੀ ਹੈ ਜਨਰਲ ਆਟੋਮੈਟਿਕਸ ਉਹਦੇ ਜ਼ਰੀਏ GA ਜਿਹੜੀ ਕੰਪਨੀ ਉਹਦੇ ਤੋਂ ਇੰਡੀਆ ਨੇ ਆਲਰੇਡੀ ਲੀਜ਼ ਤੇ ਲਏ ਹੋਏ ਨੇ। ਹੁਣ ਇੰਡੀਆ ਕਹਿ ਰਿਹਾ ਕਿ ਵੀ ਅਸੀਂ ਬਾਏ ਕਰਨੇ ਆ ਔਰ ਇਹ ਸਾਰੀ ਜਿਹੜੀ ਚਰਚਾ ਕਦੋਂ ਸ਼ੁਰੂਆਤ ਹੋਈ ਸੀ ਚਰਚਾ ਤੇ ਤਕਰੀਬਨ 2 ਸਾਲਾਂ ਦੀ ਚੱਲ ਰਹੀ ਸੀ ਪਰ ਜ਼ਿਆਦਾ ਅੱਗੇ ਉਸ ਸਮੇਂ ਵਧੀ ਜਦੋਂ ਪਿਛਲੇ ਸਾਲ ਜੂਨ ਦੇ ਮਹੀਨੇ ਦੇ ਵਿੱਚ ਜੂਨ 2023 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ US ਦਾ ਦੌਰਾ ਕਰਨ ਗਏ ਸੀ। ਉਸ ਤੋਂ ਪਹਿਲਾਂ ਹੀ ਮਾਰਚ ਅਪ੍ਰੈਲ 2023 ਦੇ ਵਿੱਚ ਅਮਰੀਕਾ ਵੱਲੋਂ ਇਹ ਕਿਹਾ ਜਾ ਰਿਹਾ ਸੀ ਕੁਝ ਕਿਉਂਕਿ ਅਮਰੀਕਾ ਵੀ ਉਤਸੁਕ ਸੀਗਾ, ਉਹ ਚਾਹੁੰਦੇ ਸੀਗੇ ਕਿ ਡੀਲ ਹੋ ਜਾਏ ਕਿਉਂਕਿ ਹਥਿਆਰ ਤੇ ਵੇਚਣੇ ਹੀ ਅਮਰੀਕਾ ਨੇ ਵਨ ਆਫ ਦਾ ਬਿਗੇਸਟ ਆਰਮ ਸਪਲਾਇਰਸ ਐਕਸਪੋਰਟਰਸ ਅਮਰੀਕਾ ਹੈ, ਹਥਿਆਰਾਂ ਦੀ ਬਹੁਤ ਬੜੀਆਂ ਕੰਪਨੀਆਂ ਉੱਥੇ ਹੈਗੀਆਂ ਨੇ। ਸੋ ਉਹਨਾਂ ਨੇ ਕਿਹਾ ਕਿ ਬਈ ਇਹ ਡੀਲ ਹੋ ਜਾਏ, ਉਹ ਚਾਹੁੰਦੇ ਸੀ ਡੀਲ ਹੋ ਜਾਏ ਔਰ ਇਹਦੀ ਅਨਾਊਂਸਮੈਂਟ ਹੋਏ ਉਦੋਂ 2 ਬਿਲੀਅਨ ਦੀ ਗੱਲ ਹੋ ਰਹੀ ਸੀ, ਹੁਣ ਤੇ 3 ਬਿਲੀਅਨ 3.14 ਬਿਲੀਅਨ ਦੀ ਵੀ ਚਰਚਾ ਹੋਣ ਲੱਗੀ ਪਰ ਉਸ ਟਾਈਮ ਜੇ ਸ਼ੁਰੂ 'ਚ ਗੱਲ ਆ ਰਹੀ ਸੀ $2 ਬਿਲੀਅਨ ਜੀ ਇਹ ਹੋਏਗੀ। ਇੰਡੀਆ ਕਹਿ ਰਿਹਾ ਸੀ ਕਿ ਠੀਕ ਹੈ ਅਸੀਂ ਸਾਰੀਆਂ ਜਿਹੜੀਆਂ ਕੰਪਨੀਜ਼ ਨੇ ਜਾਂ ਹੋਰ ਕੰਟਰੀਜ਼ ਜਿਹੜੀਆਂ ਬਣਾਉਂਦੀਆਂ ਅਸੀਂ ਦੇਖਾਂਗੇ ਕਿਉਂਕਿ ਇੰਡੀਆ ਦੀ ਰਿਕੁਆਇਰਮੈਂਟ ਵੀ ਪੂਰੀ ਹੋਣੀ ਚਾਹੀਦੀ ਹੈ ਜੋ ਇੰਡੀਆ ਮੰਗ ਕਰ ਰਿਹਾ ਸੀ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਕਿ ਨਹੀਂ ਆਉਂਦੀਆਂ, ਟੈਕਨੀਕਲ ਸਪੈਸੀਫਿਕੇਸ਼ਨਸ ਕੀ ਹੈ, ਫਿਰ ਇੰਡੀਆ ਦੇਖੇਗਾ ਕਿ ਪ੍ਰਾਈਸ ਕੀ ਹੈ, ਪ੍ਰਾਈਸ ਕੌਣ ਵਧੀਆ ਕੋਟ ਕਰਦਾ ਹੈ, ਫਿਰ ਇੰਡੀਆ ਨੇ ਵੀ ਦੇਖਣਾ ਸੀਗਾ ਕਿ ਟੈਕਨੋਲੋਜੀ ਟਰਾਂਸਫਰ ਕਿੰਨਾ ਜਿੱਦਾਂ ਇਹਦੇ ਵਿੱਚ ਹੁਣ 20% ਟੈਕਨੋਲੋਜੀ ਟਰਾਂਸਫਰ ਵੀ ਹੈ, ਫਿਰ ਕਿੰਨੇ ਕੁ ਡਰੋਨ ਜਿਹੜੇ ਆਫ ਦਾ ਸ਼ੈਲਫ ਹੀ ਦੇਤੇ ਜਾਣਗੇ ਕਿ ਬਣਾਏ ਹੋਏ ਆ ਕੰਪਨੀ ਨੇ ਪਹਿਲਾਂ ਹੀ ਬਣੇ ਹੋਏ ਆ ਔਰ ਇੰਡੀਆ ਨੂੰ ਦੇ ਦਿੱਤੇ ਔਰ ਕਿੰਨੇ ਜਿਹੜੇ ਡਰੋਨ ਆ ਉਹ ਇੰਡੀਆ 'ਚ ਅਸੈਂਬਲ ਹੋਣਗੇ ਕਿਉਂਕਿ ਇੰਡੀਆ ਚਾਹੁੰਦਾ ਮੇਡ ਇਨ ਇੰਡੀਆ ਦੇ ਤਹਿਤ ਇੰਡੀਆ 'ਚ ਅਸੈਂਬਲੀ ਕੀਤੀ ਜਾਵੇ ਇਹਨਾਂ ਡਰੋਨਸ ਦੀ। ਠੀਕ ਹੈ, ਸੋ ਇਹ ਸਾਰੀਆਂ ਚੀਜ਼ਾਂ ਇੰਡੀਆ ਨੇ ਹੁਣ ਦੇਖ ਰਿਹਾ ਅੱਜ ਕੱਲ੍ਹ ਚਾਹੇ ਉਹ ਰਫੇਲ ਜਹਾਜ਼ ਖਰੀਦ ਰਿਹਾ ਫਰਾਂਸ ਤੋਂ ਜਾਂ ਕਿਸੇ ਤੋਂ ਸਬਮੈਰੀਨਸ ਖਰੀਦ ਰਿਹਾ ਇੰਡੀਆ ਜਾਂ ਕਿਸੇ ਤੋਂ ਮਿਸਾਈਲ ਡਿਫੈਂਸ ਸਿਸਟਮ ਖਰੀਦ ਰਿਹਾ ਰਸ਼ੀਆ ਤੋਂ ਜਾਂ ਕੁਝ ਵੀ ਲੈ ਰਿਹਾ ਹੈ, ਇਜ਼ਰਾਈਲ ਤੋਂ ਕੁਝ ਲੈ ਰਿਹਾ, ਇਸੇ ਤਰ੍ਹਾਂ ਅਮਰੀਕਾ ਤੋਂ ਵੀ ਜੇ ਕੁਝ ਵੀ ਬਾਏ ਕਰ ਰਿਹਾ ਡਰੋਨਸ ਜਾਂ ਕੁਝ ਹੋਰ ਬਾਏ ਕਰ ਰਿਹਾ ਤੇ ਸਾਰੀਆਂ ਚੀਜ਼ਾਂ ਦੇਖੀਆਂ ਜਾਣੀਆਂ ਸੀ। ਸੋ ਅਨਾਊਂਸਮੈਂਟ ਹੋ ਗਈ ਜੀ ਭਾਰਤ ਦੇ ਪ੍ਰਧਾਨ ਮੰਤਰੀ। ਇਹ 2023 ਮਾਰਚ ਅਪ੍ਰੈਲ ਸਵਾਲ ਖੜੇ ਹੋ ਰਹੇ ਸੀ ਮਾਰਚ ਅਪ੍ਰੈਲ ਮੇਚ ਹੋਏਗਾ ਨਹੀਂ ਹੋਏਗਾ, ਅਮਰੀਕਾ ਵੱਲੋਂ ਵੀ ਸੀਗਾ ਕਿ ਜੀ ਕਰੋ ਕੋਈ ਅਨਾਊਂਸਮੈਂਟ ਬੜੀ ਤਾਂ ਕਰੋ ਨਾ ਕਿ ਜੇ ਮੋਦੀ ਸਾਹਿਬ ਉੱਧਰੋਂ ਆ ਰਹੇ ਨੇ ਇੰਡੀਆ ਤੇ ਵਨ ਆਫ ਦਾ ਲਾਰਜੈਸਟ ਇੰਪੋਰਟਰਸ ਹੈ ਇੰਡੀਆ ਦਾ डिफेंस बजट काफ़ी है तो इंडिया खर्चा कर रहा है तो फायदा लिया जाए ਉਹਦਾ। सो इंडिया ने अनाउंसमेंट भी कर दी। खैर गल मुक गई, होर भी बड़ी अनाउंसमेंट्स हुई ने, मैं अगे चल के ਉਹਦਾ भी जिक्र करदा लेकिन मेन हुण खबर आ गई कि जी ये US कांग्रेस ने रोक दी है और इंडिया के एक मीडिया अखबार 'ਚ आई खबर उस तो बाद काफ़ी चर्चा का विषय बन गई कि जी ये डिफेंस डील रोक दी है US कांग्रेस ने। उन्होंने कहा कि पहला गुरपतवंत सिंह पन्नू होना दे कतल की साजिश के इल्ज़ाम जो लग रहे हैं इंडिया के, पहला इनू सॉल्व करो फिर ये ड्रोन की जी डील है ਉਹ ਅਸੀਂ ਅੱਗੇ ਵਧਾਵਾਂਗੇ। ਸੋ ਇਹ ਜਿੱਦਾਂ ਹੀ ਖਬਰ ਆਈ ਅਸੀਂ ਉਸੇ ਵੇਲੇ ਵਾਈ ਮੀਡੀਆ ਨੇ ਅਸੀਂ ਅਨਾਊਂਸ ਕਰ ਦਿੱਤਾ। ਮੈਂ ਕਿਹਾ ਜੀ ਸਾਨੂੰ ਸਾਡੇ ਸੋਰਸਿਸ ਤੋਂ ਖਬਰ ਮਿਲ ਗਈ, ਐਸੀ ਕੋਈ ਗੱਲ ਨਹੀਂ ਹੈ। ਉਹ ਇੰਡੀਆ ਦੇ
बड़े मीडिया अदारा है उन्हें अनाउंस की, उस तो बाद होर सोशल मीडिया, फिर तुहानूं पता ही है सोशल मीडिया तो फिर फैक्ट्री बड़ी तेज़ हो गई, उन्होंने फटाफट जाके चारों तरफ अनाउंसमेंट्स करनी शुरू कर दिया कि जी डील रुक गई। गुरपतवंत सिंह पन्नू के कतल की साजिश का पहला दसो, इंडिया की इंटैलीजेंस इनवॉल्व हो पहला करो। ਅਸੀਂ ਕਿਹਾ ਜੀ ਅਸੀਂ जो देखा तो वो कहते जी डील तो अगे थ्रू हो रही है फिलहाल, वो कोई रुकावट नहीं आ रही। सो इतने असीं दस दईए कि एक तो है कि डील बिल्कुल थ्रू हो रही है हजे तक एज वी स्पीक। हुण कल नूं कोई रुकावट आएगी जरूर दस देंगे। US कांग्रेस वालों US एडमिनिस्ट्रेशन वालों डील नूं अगे वधाया जा रहा है। बिल्कुल कोई दो राय नहीं, जिस तरह पहले कह चुका है कि US कांग्रेस और US प्रेजिडेंट की मंजूरी तो बिना डील अगे नहीं हो सकती कोई भी। सो उन्होंने वालों डील नूं अगे वधाया जा रहा है एज वी स्पीक। कल नूं रुकावटां खड़ियां करन दी कोशिशां जरूर हो रही ने, इसलिए इंडिया हैज़ मोस्टली बिन टाइट लिप्ड अबाउट इट। ज़्यादा गल नहीं की उन्होंने इस बारे, जो एक खबर आई सी पहला, ठीक उस वेले की गल कर रहे हैं। सो इंडिया ने ज़्यादा कोई गल नहीं की पब्लिकली, बट सानू साडे सोर्सिस तो खबर मिली कि डील सारी थ्रू है। एक होर चीज़ ये बड़ी इंपॉर्टेंट है कि इंडिया क्यों ज़्यादा शुरू क्यों नहीं गल की, उसका कारण यह कि इंडिया इस वेले एक नाजुक दौर चो गुजर रहा। इंडिया के खिलाफ US वालों भी एलीगेशनस ने, ठीक है। इंडिया के खिलाफ कैनेडा वालों भी हरदीप सिंह निज्जर कतल मामले के एलीगेशन ने। इंडिया के खिलाफ पाकिस्तान वालों भी एलीगेशन ने, हालांकि उन्होंने तो दर्जना ही बंदे जोड़े ने वो एलीगेशन तो ऐसा ही आता है कि इंडिया ने मारे ने, पर पाकिस्तान ने सिर्फ 2 दे एलीगेशन लगाए ने, हजे पब्लिकली 2 दे ने, ज़्यादा नहीं लगाए। चाइना ने रिसेंटली कह दिता है कि बिल्कुल ठीक है जी, जोड़े बंदे पाकिस्तान मारे जा रहे हैं इंडिया पाकिस्तान जाके उन्होंने बंदे मार रहे हैं, चाइना ने कह दिता है हुणे। सो इंडिया एक नाजुक दौर चो गुजर रहा है। सो उस दरमियान इंडिया नहीं चाहता कि कोई गल ऐसी इंडिया द्वारा कोई बयान आ जाए जिहदे नाल कि कोई होर गड़बड़ होए। और इंडिया एक ऐसी पोजीशन है कि इंडिया ने तो पैसे दे के ड्रोन लड़े हैं ना, कोई फ्रीज तो देने नहीं। लीज भी पहला किए हुए हैं 2 तो इसे कंपनी तो GA तो इंडिया ने GA तो 2 तो पहले ले हुए हैं लीज के उत्ते, हुण 31 परचेज करने की गल हो रही है। और कोई छोटा मोटा मामला कोई 100-200 मिलियन या 500 मिलियन की डील तो है नहीं कि इंडिया $500 मिलियन दे रहा जी, पैसे घट दे रहा, बिलियंस ऑफ डॉलर गल जानी है। पहला 2 बिलियन तो शुरू हुई, फिर 3, हुण 4 ते जाके गल निबड़ रही है, ये कितने खत्म होएगी। सो पैसे दे के चीज़ लैनी है, वो अमेरिका नहीं देगा तो होर कंट्रीज़ है उन्होंने तो कितने लै लैणगे, इंडिया तो ले ही लैणगे ड्रोन, कोई कला अमेरिका तो बनाउंदा नहीं है। और हाँ, अमेरिका कोल हर चीज़, अमेरिका की नाराज़गी भी इस गल की है ना, जहाज़ हुण इंडिया जो फ्रांस तो खरीदा है, हुण होया की है, कैनेडा के प्रधानमंत्री जस्टिन ट्रूडो साहब ने जो 18 सितंबर 2023 ਨੂੰ ਜਦੋਂ ਕੈਨੇਡਾ ਦੇ प्रधानमंत्री जस्टिन ट्रूडो साहब ने पार्लीमेंट 'ਚ जाके कहा कि हरदीप सिंह निज्जर कतल मामले ਦੇ ਵਿੱਚ वी हैव credible इन्फॉर्मेशन कि जी ये एलीगेशन उन्होंने लगाए इंडिया के उत्ते, तो उन्होंने 3 नाम भी लए उत्थे कि उन्होंने जो इंडिया गए सी G20 समिट ते 3 जणिਆਂ ਨੂੰ ਦੱਸਿਆ ਸੀਗਾ, ਕਿਹਨਾਂ ਨੂੰ US ਪ੍ਰੈਜ਼ੀਡੈਂਟ ਜੋ ਬਾਈਡਨ साहब का तो कदे कोई बयान नहीं आया, एंथनी ब्लिंकन साहब का बयान आया, होरां दा जो बाइडन साहब ने तो क्या ठीक है, उन्होंने कहा भी असी क्यों उन्होंने, हालांकि उन्होंने अपना बंदा गुरपतवंत सिंह पन्नू होना के भी एलीगेशन लगे ने, कदे तुसीं उन्होंने मूँह तो नाम सुनिया गुरपतवंत सिंह पन्नू होना का, उन्होंने तो कोई गल नहीं की ना उत्थे पर कोई US कांग्रेस ना किते होर। दूसरा नाम उन्होंने लिया सीगा जी ऋषि सुनक साहब का। ऋषि सुनक साहब ने भी कहता भी असी तो अपनी फ्री ट्रेड एग्रीमेंट करना चाहता इंग्लैंड, क्योंकि उत्थे इकोनॉमी बड़ी खराब है, महीने दे विच या 2 महीना कह लो बड़ी हद, तो असी सारे जानते हैं 3 प्रधानमंत्री बदल गए सी उत्थे इंग्लैंड के विच, उन्होंने अपना सिस्टम बड़ा खराब हो, तो फटाफट चाहते इंडिया ने फ्री ट्रेड एग्रीमेंट वधाई जाए, ट्रेड वधाया जाए। और तीसरे से कि ट्रूडो साहब ने कहा कि जी मैं इमैनुअल मैक्रोन नूं भी दस्सिया फ्रांस के राष्ट्रपति नूं, वो हुणे 26 जनवरी की परेड के उत्ते मुख मेहमान से रफेल जहाज़ बेच रहे हैं उत्थे इंडिया नूं। सो इस सारे सिलसिले ये जिहड़े मामले ने, जिहड़ियां चाहे वो इंग्लैंड है, चाहे अमेरिका है, चाहे कैनेडा है, चाहे इंडिया, दे आर ऑल लिबरल डेमोक्रेसीज और दे आर नैचुरल एलाइज इन द बिगर जियोपॉलिटिकल सिनेरियो। ट्रेड बड़ा इंपॉर्टेंट है, हर एक कंट्री ने अपनी इकोनॉमी देखनी है, इकोनॉमी कित्थे खड़ी है, ट्रेड इस वेले कित्थे खड़ा है। अज दे तुसीं हालात देख लो पिछले 2-3 साल तो, और अगले 2-3 साल है, यह जिहड़ा असीं वक्फा देखांगे कि पिछले 2-3 साल की हो रहा और अगले 2-3 साल की होना है। इंडिया इज़ द ओनली कंट्री जिहड़ी कि 6%, 6.5%, 7, 7.5, 8 अलग अलग अनुमान ने। मैं जो इस तुहानूं नंबरस कोट कर रहा, वर्ल्ड बैंक के IMF के नंबर असीं कोट कर रहे हैं। सो कोई 6% कह रहा है, कोई 6.5%, कोई 7, कोई 7.5, कोई 8, इंडिया के 8 कही जा रहा है कि असीं 7 तो 8 के ग्रो करना, पर 6% तो सबनों पता है। बाकी कोई जिहड़ी बिगर इकोनॉमी है, छोटी इकोनॉमीज़ की असीं गल नहीं कर रहे, बाकी जिहड़ियां बड़ियां इकोनॉमीज़ ने, मेजर इकोनॉमीज़, उन्हां दे विचों कोई भी जिहड़ी कंट्री है वो 0.5%, 1%, 1.5%, 2%, 3%, कोई भी मेजर इकोनॉमी 5% ते ग्रो नहीं कर रही, इंक्लूडिंग चाइना। चाइना इज़ फेसिंग इट्स ओन सैट ऑफ डिफिकल्टीज़। सो इस कारण ये जिहड़ा मामला है कि जी एक
ਇਸ਼ੂ ਕੱਲਾ ਗੁਰਪਤਵੰਤ ਸਿੰਘ ਪੰਨੂ ਹੋਣਾ ਦੇ ਇਸ਼ੂ ਦੇ ਉੱਤੇ ਇੰਡੀਆ ਔਰ ਅਮਰੀਕਾ ਦੇ ਰਿਲੇਸ਼ਨ ਹੀ ਖਰਾਬ ਹੋ ਜਾਣਗੇ, ਉਹ ਖਬਰ ਇੰਡੀਆ ਦੇ ਇੱਕ ਬੜੇ ਮੀਡੀਆ ਨੇ ਅਦਾਰੀ ਤੇ ਛਾਪੀ। ਜਦੋਂ ਛਾਪੀ ਤਾਂ ਅਸੀਂ ਉਸੇ ਵੇਲੇ, ਕਿਉਂਕਿ ਦੇਖੋ ਬੜੀ ਵਾਰ ਅਸੀਂ ਗੱਲ ਕਰਦੇ ਹਾਂ ਕਿ ਜਦੋਂ ਕੋਈ ਵੀ ਚੀਜ਼ ਦੇਖਣੀ ਹੈ ਉਹ ਪੂਰੇ ਕੰਟੈਕਸਟ ਦੇਖਣੀ ਹੈ। ਅੱਜ ਦੀ ਇੱਕ ਖਬਰ ਦੇ ਨਾਲ ਕਿ ਜੀ ਹਾਂਜੀ ਡਰੋਨ ਦੀ ਡੀਲ ਹੋ ਰਹੀ ਹੈ, ਇੱਕ ਖਬਰ ਦੇ ਨਾਲ ਹੀ ਰੁਕ ਜਾਏਗੀ, ਇਹ ਪੋਸੀਬਲ ਹੀ ਨਹੀਂ ਸੀਗਾ, ਕਿਉਂਕਿ ਐਟ ਦੀ ਐਂਡ ਆਫ ਦਾ ਡੇ ਬਿਲੀਅਨਸ ਆਫ ਡਾਲਰ ਜਿਹੜੇ ਆ ਉਹ ਇੰਡੀਆ ਨੇ ਆਪਣੇ ਡਿਫੈਂਸ ਬਜਟ 'ਚ ਖਰਚ ਕਰਨੇ ਆ, ਬਿਲੀਅਨਸ ਆਫ ਡਾਲਰ ਅਮਰੀਕਾ ਨੇ ਬਣਾਉਣੇ ਆ। ਔਰ ਅੱਜ ਯੂਐਸ ਦੇ ਵਿੱਚ ਉਹਨਾਂ ਦੇ ਸਾਹਮਣੇ ਬੜੇ ਚੈਲੰਜਸ ਨੇ। ਡੈਟ ਬਹੁਤ ਵੱਧ ਗਿਆ ਹੈ, ਡੈਟ ਸਰਵਿਸਿੰਗ, ਜਿੱਦਾਂ ਕੈਨੇਡਾ ਦਾ ਡੈਟ ਬੜਾ ਵੱਧ ਗਿਆ, ਨੋ ਡਾਊਟ ਇੰਡੀਆ ਦਾ ਵੀ, ਬਟ ਇੰਡੀਆਜ਼ ਇਕਨੋਮੀ ਇਜ਼ ਗਰੋਇੰਗ, ਇੰਡੀਆ ਦੇ ਵਿੱਚ ਵੀ ਡੈਟ ਬਹੁਤ ਵੱਧ ਗਿਆ। ਚਾਈਨਾ ਵੀ ਸੋਚ ਰਿਹਾ ਵੀ ਕਿੱਦਾਂ ਅਸੀਂ ਆਪਣੀ ਇਕਨੋਮੀ ਨੂੰ, ਜਿਹੜੀ ਉਹਨਾਂ ਦੀ ਸਲਗਿਸ਼ ਹੋਈ ਵੀ ਬੜੀ ਦਿੱਕਤ ਹੈ, ਚਾਈਨਾ ਇਕਨੋਮੀ ਨੂੰ ਕਿੱਦਾਂ ਰਿਵਾਈਵ ਕਰੇਗਾ। ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਹੁਣੇ ਸੈਨ ਫਰਾਂਸਿਸਕੋ ਆਏ ਸੀਗੇ, ਅਮਰੀਕਾ ਦੇ ਨਾਲ ਇੱਕ ਵਾਰੀ ਤੇ ਅੱਖਾਂ ਦਿਖਾ ਰਹੇ ਸੀਗੇ, ਬਟ ਜਦੋਂ ਉਹਨਾਂ ਨੂੰ ਲੱਗਾ ਕਿ ਇਕਨੋਮੀ ਖਰਾਬ ਹੋ ਰਹੀ ਹੈ ਤੇ ਉੱਥੇ ਆ ਕੇ ਉਹਨਾਂ ਨੇ ਅਮਰੀਕਾ ਸੈਨ ਫਰਾਂਸਿਸਕੋ ਕਿਹਾ ਕਿ ਆਓ ਸਾਡੇ ਇਨਵੈਸਟ ਕਰੋ, ਔਰ ਇਹ ਵੀ ਕਹਿ ਰਹੇ ਕਿ ਜੀ ਅਸੀਂ ਯੂਐਸ ਇਲੈਕਸ਼ਨ 'ਚ ਇੰਟਰਫੇਅਰ, ਕੋਈ ਤੁਹਾਡੀ ਐਸੇ ਕੋਈ ਕੰਸਰਨ ਅਸੀਂ ਨਹੀਂ ਕਰਾਂਗੇ, ਚਾਈਨਾ ਨਹੀਂ ਕਰੇਗਾ। ਸੋ ਚਾਈਨਾ ਵੀ ਆਪਣੀ ਇਕਨੋਮੀ ਰਿਵਾਈਵ ਕਰਨ ਦੀ ਗੱਲ ਕਰ ਰਿਹਾ ਹੈ। ਸੋ ਇਹਨਾਂ ਸਾਰੇ ਹਾਲਾਤਾਂ ਦੇ ਵਿੱਚ ਇਹ ਕਲੀਅਰ ਸੀਗਾ। ਮੈਂ ਅੱਜ ਰੇਡੀਓ 'ਤੇ ਵੀ ਗੱਲ ਕਰ ਰਿਹਾ ਸੀ, ਅਮਰੀਕਾ ਦੇ ਵਿੱਚ ਇਨਫਰਾਸਟ੍ਰਕਚਰ ਦੇ ਉੱਤੇ ਜ਼ਿਆਦਾ ਪੈਸਾ ਨਹੀਂ ਹੁਣ ਖਰਚ ਕਰ ਪਾ ਰਹੇ। ਅਮਰੀਕਾ ਲੀਡ ਕਿਉਂ ਕਰ ਰਿਹਾ ਸੀਗਾ? ਜੇ ਅਸੀਂ ਕਰੀਏ ਕਿ ਅਮਰੀਕਾ ਦੁਨੀਆ ਦੇ ਵਿੱਚ ਲੀਡਰ ਕਿਉਂ ਹੈ, ਵਨ ਆਫ ਦਾ ਪ੍ਰਾਇਮਰੀ ਰੀਜ਼ਨਸ ਤੁਸੀਂ ਇਹ ਦੇਖੋ, ਅਮਰੀਕਨ ਇਕਨੋਮੀ ਇੰਨੀ ਗਰੋ ਕਰ ਰਹੀ ਹੈ, ਉਹਦੇ ਵਿੱਚ ਅਸੀਂ ਕਹਿੰਦੇ ਡਿਵੈਲਪਡ ਕੰਟਰੀ ਹੈ। ਇੰਡੀਆ ਦੇ ਵਿੱਚ ਇੰਟਰਿਮ ਬਜਟ ਪੇਸ਼ ਹੋਇਆ, ਇੰਟਰਿਮ ਬਜਟ ਦੇ ਵਿੱਚ ਗੱਲ ਕਹੀ ਜਾ ਰਹੀ ਹੈ ਕਿ ਇੰਡੀਆ ਇੱਕ ਡਿਵੈਲਪਡ ਕੰਟਰੀ ਬਣੇਗਾ ਬਾਈ 2047। ਮੈਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਿਆਂ ਕਿ ਇੰਡੀਆ ਇਜ਼ ਨਾਟ ਅ ਡਿਵੈਲਪਡ ਕੰਟਰੀ। ਬੜੇ ਸਾਰੇ ਲੋਕ ਇੰਡੀਆ ਬਹੁਤ ਤਰੱਕੀ ਕਰ ਗਿਆ, ਸੁਪਰ ਪਾਵਰ ਤੇ ਹਜੇ ਦੂਰ ਹੈ, ਡਿਵੈਲਪਡ ਕੰਟਰੀ ਵੀ ਦੂਰ ਹੈ। ਇੰਡੀਆ ਇਜ਼ ਐਨ ਐਡਵਾਂਸਡ ਇਕੋਨਮੀ, ਇੰਡੀਆ ਇਜ਼ ਐਨ ਐਡਵਾਂਸਡ ਇਕੋਨਮੀ ਟੁਡੇ। ਇੰਡੀਆ ਇਜ਼ ਅ ਮੇਜਰ ਇਕਨੋਮਿਕ ਪਾਵਰ, 5ਵੇਂ ਨੰਬਰ ਤੇ ਹੈ। ਇੰਡੀਆ 3ਰੇ ਨੰਬਰ ਤੇ ਆ ਜਾਏਗੀ ਕੁਝ ਸਾਲਾਂ ਦੇ ਵਿੱਚ। ਇੰਡੀਆ ਟੌਪ 3 ਦੇ ਵਿੱਚ ਤਾਂ ਹੋਏਗੀ। ਇੰਡੀਆ ਹੋ ਸਕਦਾ ਯੂਐਸ ਨੂੰ ਸਰਪਾਸ ਕਰ ਜਾਏ, ਬਟ 2050 2060 ਤੱਕ ਇੰਡੀਆ ਯੂਐਸ ਤੋਂ ਅੱਗੇ ਜਾ ਸਕਦੀ ਹੈ। ਚਾਈਨਾ ਨੰਬਰ 1 ਹੋ ਸਕਦੀ ਹੈ। ਪ੍ਰੋਜੈਕਸ਼ਨਸ ਤੇ ਵੀ ਨੇ 2075 ਤੱਕ ਇੰਡੀਆ ਚਾਈਨਾ ਨੂੰ ਵੀ ਅੱਗੇ ਚਲੇ ਜਾਏਗਾ। ਚਲੋ ਉੱਥੇ 2075 ਵਜੇ ਬੜੇ ਦੂਰ ਆ, ਅਗਲੇ 20-25 ਸਾਲਾਂ ਦਾ ਦੇਖੀਏ ਅਗਲੇ 20-25 ਸਾਲਾਂ 'ਚ ਕੀ ਹੋਣਾ ਹੈ ਔਰ ਅਗਲੇ 5 ਸਾਲ 'ਚ ਕੀ ਹੋਣਾ ਹੈ। 2030 ਤੱਕ ਇੰਡੀਆ ਡੈਫੀਨੇਟਲੀ ਹੁਣ 5ਵੀਂ ਪੋਜੀਸ਼ਨ ਤੋਂ 4ਥੀ, ਫਿਰ 3ਰੀ, ਇਸ ਤਰ੍ਹਾਂ ਇੰਡੀਆ ਅੱਗੇ ਜਾਏਗਾ। ਲੇਕਿਨ ਜਿਹੜੀਆਂ ਮੇਜਰ 3 ਇਕਨੋਮੀਜ਼ ਰਹਿਣਗੀਆਂ ਉਹ ਨੰਬਰ 1 ਚਾਈਨਾ, ਨੰਬਰ 2 ਯੂਐਸ ਔਰ ਇੰਡੀਆ। ਸੋ ਉਹਦੇ ਵਿੱਚ ਬਹੁਤ ਸਾਰੇ ਫੈਕਟਰਸ ਆਉਣਗੇ ਐਂਡ ਇਵੈਂਚੁਅਲੀ ਇੰਡੀਆ ਵਿਲ ਓਵਰਟੇਕ ਯੂਐਸ ਐਸ ਵੈਲ। ਠੀਕ ਹੈ। ਸੋ ਅਗਲੇ 25 ਤੋਂ 30 ਸਾਲ ਮੈਕਸਿਮਮ ਚਾਈਨਾ ਤੇ ਅੱਗੇ ਜਾ ਹੀ ਰਿਹਾ। ਚਾਈਨਾ ਤੇ 5-10 ਸਾਲ 'ਚ ਚਾਈਨਾ ਨੇ ਅੱਗੇ ਚਲੇ ਜਾਣਾ ਅਮਰੀਕਾ ਤੋਂ। ਚਾਈਨਾ ਵਿਲ ਬੀ ਦ ਨੰਬਰ 1 ਇਕਨੋਮੀ, ਫਸਟ ਕੰਟਰੀ ਟੂ ਹਿੱਟ $50 ਟ੍ਰਿਲੀਅਨ। ਚਾਈਨਾ ਪਹਿਲੀ ਐਸੀ ਕੰਟਰੀ ਬਣੇਗਾ ਜਿਹੜਾ ਕਿ $50 ਟ੍ਰਿਲੀਅਨ ਬਣ ਜਾਏਗਾ। ਹੁਣ ਅਮਰੀਕਾ ਦੀ ਚਾਈਨਾ ਦੇ ਨਾਲ ਤੇ ਦੋ ਤਰਫਾ ਲੜਾਈ ਚੱਲ ਹੀ ਰਹੀ ਹੈ ਅਮਰੀਕਾ ਦੀ, ਇੱਕ ਇਕਨੋਮਿਕ ਸਾਈਡ ਦੇ ਉੱਤੇ ਔਰ ਇੱਕ ਮਿਲਟਰੀ ਸਾਈਡ ਦੇ ਉੱਤੇ। ਲੇਕਿਨ ਅਮਰੀਕਾ ਨੂੰ ਇਹ ਵੀ ਨਜ਼ਰ ਆ ਰਿਹਾ ਹੈ ਕਿ ਲੜਾਈ ਅੱਜ ਚਾਈਨਾ ਨਾਲ, ਕੱਲ੍ਹ ਨੂੰ ਇਹੀ ਲੜਾਈ ਇੰਡੀਆ ਦੇ ਨਾਲ ਵੀ ਤਾਂ ਹੋਣੀ ਹੈ। ਸੋ ਅੱਜ ਜੇ ਅਮਰੀਕਾ ਦੀ ਕੋਈ ਪਾਲਿਸੀ ਹੈ ਤੇ ਜੇ ਅੱਜ ਇੰਡੀਆ ਔਰ ਚਾਈਨਾ ਦੀ ਆਪਸ ਦੇ ਵਿੱਚ ਲੜਾਈ ਹੋ ਜਾਏ, ਕਨਫਰੰਟ੍ਰੇਸ਼ਨ ਹੋ ਜਾਏ, ਤੇ ਅਮਰੀਕਾ ਡੈਫੀਨਿਟਲੀ ਸਟੈਂਡਸ ਟੂ ਬੈਨੀਫਿਟ, ਬਿਕੋਜ਼ ਇੰਡੀਆ ਔਰ ਚਾਈਨਾ ਦੀ ਜੇ ਲੜਾਈ ਹੁੰਦੀ ਹੈ ਤੇ ਅਮਰੀਕਾ ਨੂੰ ਤਾਂ ਫਾਇਦਾ ਹੀ ਹੋਏਗਾ, ਕੋਈ ਨੁਕਸਾਨ ਤਾਂ ਉਹਨੂੰ ਹੋਏਗਾ ਨਹੀਂ। ਚਾਹੇ ਕੋਈ ਰੀਜਨਲ ਕਨਫਲਿਕਟ ਹੋ ਜਾਏ, ਰਾਈਵਲਰੀ ਹੈ ਵੀ, ਲੜਾਈ ਥੋੜੀ ਬਹੁਤੀ ਹੁੰਦੀ ਵੀ ਰਹਿੰਦੀ ਹੈ। ਸੋ ਇਸ ਸਿਸਟਮ ਦੇ ਵਿੱਚ ਜੇ ਅੱਜ ਮੈਂ ਗੱਲ ਕਰਾਂ ਕਿ ਹੁਣ ਇਨਫਰਾਸਟ੍ਰਕਚਰ ਦੀ ਮੈਂ ਗੱਲ ਕਰ ਰਿਹਾ ਸੀ ਅੱਜ ਸਵੇਰੇ ਰੇਡੀਓ ਦੇ ਉੱਤੇ, ਤੁਸੀਂ ਜਾ ਕੇ ਦੇਖੋ ਅਮਰੀਕਾ ਦੇ ਵਿੱਚ ਬਹੁਤ ਕੋਈ ਬੜਾ ਇਨਫਰਾਸਟ੍ਰਕਚਰ, ਹਾਈਵੇਜ਼ ਜਾਂ ਕੋਈ ਅੱਗੇ ਕੋਈ ਰੇਲਵੇ ਨੈਟਵਰਕ। ਬਜਟ ਦੇ ਵਿੱਚ ਤੁਸੀਂ ਗੱਲ ਸੁਣੋ, ਇੰਡੀਆ 5500 ਕਿਲੋਮੀਟਰ ਹਰ ਸਾਲ 5500 ਕਿਲੋਮੀਟਰ ਰੇਲ ਨੈਟਵਰਕ ਵਿਛਾ ਦਿੰਦਾ ਹੈ। ਉਹ ਕਹਿੰਦੇ ਜੀ ਸਵਿਟਜ਼ਰਲੈਂਡ ਦੇ ਵਿੱਚ 5200 ਹੈ। 5200 ਨਹੀਂ ਹੋਗਾ, 5300 ਹੋਏਗਾ, 5500 ਵੀ ਲਗਾ ਲਓ। 5500 ਕਿਲੋਮੀਟਰ ਦੀ ਜਿੰਨਾ ਰੇਲ ਨੈਟਵਰਕ ਟੋਟਲ ਸਵਿਟਜ਼ਰਲੈਂਡ 'ਚ, ਉਹ ਕਹਿੰਦੇ ਜੀ ਇੰਨਾ ਤੇ ਅਸੀਂ ਹਰ ਸਾਲ ਇੰਡੀਆ 'ਚ ਨਵਾਂ ਵੇਚ ਜਾਂਦਾ। ਤੁਸੀਂ ਹੁਣ ਏਅਰਪੋਰਟਸ ਦੇ ਉੱਤੇ ਜਾ ਕੇ ਦੇਖੋ, ਏਅਰਪੋਰਟਸ ਜਿਹੜੇ ਨੇ, ਤੁਸੀਂ ਦਿੱਲੀ ਦਾ ਦੇਖੋ, ਤੁਸੀਂ ਮੁੰਬਈ ਦਾ ਦੇਖੋ, ਤੁਸੀਂ ਕਲਕੱਤਾ ਦਾ ਦੇਖੋ, ਤੁਸੀਂ ਹੈਦਰਾਬਾਦ ਦਾ ਦੇਖੋ, ਔਰ ਬੈਂਗਲੌਰ ਦਾ ਜ਼ਰੂਰ ਦੇਖਣਾ, ਖਾਸ ਕਰ ਬੈਂਗਲੌਰ ਦਾ ਟਰਮੀਨਲ 2। ਤੁਹਾਨੂੰ ਮਤਲਬ ਇੱਦਾਂ ਲੱਗੇਗਾ ਕਿ ਜਿਹੜਾ ਇੰਡੀਆ ਦਾ ਬੈਂਗਲੌਰ ਦਾ ਟਰਮੀਨਲ 2 ਹੈ ਨਾ, ਜਾਂ ਓਵਰਆਲ ਏਅਰਪੋਰਟ ਹੀ ਦੇਖੋ ਤੁਸੀਂ, ਤੁਹਾਨੂੰ ਇਹ ਲੱਗੇਗਾ ਕਿ ਇਹ ਮਾਰਸ ਤੇ ਆ, ਔਰ ਤੁਸੀਂ ਅਮਰੀਕਾ ਦਾ ਕੋਈ ਏਅਰਪੋਰਟ ਉਹਦੇ ਮੁਕਾਬਲੇ ਖੜਾ ਕਰ ਲਓ। ਨਿਊਯਾਰਕ, ਸ਼ਿਕਾਗੋ, LA। ਮੈਂ ਸ਼ਿਕਾਗੋ ਦੇ ਏਅਰਪੋਰਟ ਤੇ ਗਿਆ, ਮੈਂ ਕਿਹਾ ਇੱਦਾਂ ਤਾਂ ਇੰਡੀਆ ਦੇ ਰੇਲਵੇ ਸਟੇਸ਼ਨ ਹੋਇਆ ਕਰਦੇ ਸੀ ਕਦੇ। ਤੁਸੀਂ LA ਦਾ ਏਅਰਪੋਰਟ ਜਾ ਕੇ ਦੇਖੋ ਔਰ ਉਹਨੂੰ ਕੰਪੇਅਰ ਕਰੋ ਇੰਡੀਆ ਦੇ
ਏਅਰਪੋਰਟਸ ਦੇ ਨਾਲ, ਖਾਸ ਕਰ ਬੈਂਗਲੁਰੂ ਨਾਲ ਕੰਪੇਅਰ ਕਰੋ, ਤੁਹਾਨੂੰ ਨਜ਼ਰ ਆਏਗਾ ਕਿ ਇੰਡੀਆ ਦਾ ਮਤਲਬ ਜਾ ਕੇ ਦੇਖੋ ਕਿਆ ਆਲੀਸ਼ਾਨ ਏਅਰਪੋर्ट है, सफाई क्लीनलीनेस दूर दूर तक, और उत्थे अंदर ग्रीन प्लांट्स जो उन्होंने लगाए हैं क्या कमाल दे ने। The biggest South Asian media group, Y Media.